ਇੱਕ ਓੰਕਾਰ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਸਿਰ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਅਸਥਲ, ਉਸ ਪਵਿੱਤਰ ਅਸਥਾਨ ਤੇ ਦਰਸ਼ਨ ਕਰਨ ਆਏ ਹਾਂ, ਜਿਸ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਸੇ ਅਸਥਾਨ ਤੇ ਇੱਕ ਮਹਾਨ ਆਲੀਸ਼ਾਨ ਗੁਰਦੁਆਰਾ ਸਾਹਿਬ ਸ਼ੋਭਾਇਮਾਨ ਹੈ। ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸੇ ਸ੍ਰੀ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਪ੍ਰਾਂਗਣ ਵਿੱਚ ਹੀ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ ਮਿਊਜ਼ੀਅਮ ਸਥਿਤ ਹੈ, ਜਿਹੜਾ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਅਵਗਤ ਕਰਾਉਂਦਾ ਹੈ। ਇੱਥੇ ਹੀ ਇੱਕ ਆਡੀਟੋਰੀਅਮ ਹੈ, ਜਿਸ ਦੇ ਵਿੱਚ 3D ਡਾਕੂਮੈਂਟਰੀਜ਼ ਦਿਖਾ ਕਰਕੇ ਸਿੱਖ ਇਤਿਹਾਸ ਦੇ ਦਰਸ਼ਨ ਕਰਾਏ ਜਾਂਦੇ ਨੇ। ਅੱਜ ਉਸ ਅਸਥਾਨ ਦੇ ਡਾਇਰੈਕਟਰ ਸਾਹਿਬ ਸਿੰਘ ਸਾਹਿਬ ਸ੍ਰੀ ਸੁਰਜੀਤ ਸਿੰਘ ਜੀ ਆਜ਼ਾਦ ਜੀ ਦੇ ਸਾਹਮਣੇ ਅਸੀਂ ਬੈਠੇ ਹਾਂ। ਉਹਨਾਂ ਤੋਂ ਸਾਡੀ ਗੁਜ਼ਾਰਿਸ਼ ਹੈ, ਸਾਡੀ ਬੇਨਤੀ ਹੈ ਕਿ ਉਹ ਸਿੱਖ ਇਤਿਹਾਸ ਬਾਰੇ ਕੁਝ ਦੱਸਣ। ਆਪ ਜੀ ਸਿੱਖ ਇਤਿਹਾਸ ਦੇ ਬਾਰੇ ਆਜ਼ਾਦ ਜੀ ਸਾਹਿਬ ਕੋਲੋਂ ਬਹੁਤ ਕੁਝ ਜਾਣਕਾਰੀ ਲੈ ਸਕਦੇ ਹੋ। ਆਜ਼ਾਦ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲੇ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਉਪਦੇਸ਼ ਹਨ, ਇਹ ਜਾਣਨ ਤੋਂ ਪਹਿਲੇ ਅਸੀਂ ਮੇਨ ਜ਼ਿੰਦਗੀ ਦਾ ਜਿਹੜਾ ਇੱਕ ਕੁਐਸਚਨ ਹੈ, ਇੱਕ ਪ੍ਰਸ਼ਨ ਹੈ ਕਿ ਮਾਨੋ ਦਾ ਇਸ ਧਰਤੀ ਦੇ ਆਉਣ ਦਾ ਕੀ ਏਮ ਹੈ। ਸਾਹਿਬ ਜੀ, ਆਪ ਉਹਦਾ ਵਰਣਨ ਥੋੜਾ ਜਿਹਾ ਕਰਕੇ ਕਿਰਪਾ ਕਰਨੀ ਸਾਡੇ ਤੇ। ਦੇਖੋ ਜੀ, ਸਾਡੀ ਗੁਰਬਾਣੀ ਇਹ ਕਹਿੰਦੀ ਹੈ ਕਿ ਇਨਸਾਨ ਦਾ ਇਸ ਧਰਤੀ ਤੇ ਆਉਣ ਦਾ ਇੱਕੋ ਇੱਕ ਮਕਸਦ ਹੈ, ਭਈ ਪ੍ਰਾਪਤ ਮਾਨੁਖ ਦੇ ਹੋਇਆ। ਤੈਨੂੰ ਇਹ ਜਿਹੜੀ ਮਾਨੁਖ ਦੀ ਦੇਹ ਮਿਲੀ ਹੈ, ਗੋਬਿੰਦ ਮਿਲਣ ਕੀ ਤੇ ਗੋਬਿੰਦ ਨਾਲ ਮਿਲਣ ਦਾ ਇਹ ਤੇਰਾ ਟਾਈਮ ਹੈ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਹੋਰ ਜਿੰਨੇ ਕੰਮ ਨੇ ਸਭ ਬੇਕਾਰ ਨੇ। ਕੀ ਕਰਨਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਨਾਮ ਜਪਾਂਗੇ, ਨਾਮ ਜਪਣ ਦੇ ਕਾਰਨ ਅਸੀਂ ਜਿਹੜਾ ਹੈ ਪਰਮਾਤਮਾ ਨੂੰ ਮਿਲ ਜਾਵਾਂਗੇ। ਕਿੱਥੋਂ ਮਿਲ ਜਾਵਾਂਗੇ? ਇਹ ਜਿਹੜਾ ਜੀਵਨ ਹੈ ਨਾ, ਤੁਸੀਂ ਇਹ ਸਮਝੋ ਕਿ 84 ਲੱਖ ਜੂਨਾਂ ਨੇ, ਜਿਨ੍ਹਾਂ ਵਿੱਚ ਪਰਮਾਤਮਾ ਨੇ ਆਤਮਾ ਨੂੰ ਇੱਥੇ ਭੇਜਿਆ। ਪਰਮਾਤਮਾ ਮਤਲਬ ਪਰਮਾਤਮਾ, ਔਰ ਪਰਮਾਤਮਾ ਦਾ ਇੱਕ ਛੋਟਾ ਅੰਸ਼ ਕੀ ਹੋ ਗਿਆ? ਆਤਮਾ। ਉਸ ਆਤਮਾ ਨੂੰ ਪਰਮਾਤਮਾ ਨੇ ਇਸ ਧਰਤੀ ਤੇ ਭੇਜਿਆ, ਉਹਨੂੰ ਇਹ ਚੈਲੰਜ ਦਿੱਤਾ ਹੈ, ਉਹਦੇ ਅੱਗੇ ਇਹ ਚੁਣੌਤੀ ਰੱਖੀ ਹੈ ਕਿ ਤੂੰ ਵਾਪਸ ਆ ਕੇ ਮੈਨੂੰ ਮਿਲਣਾ ਹੈ। ਇਹ ਉਹਦਾ ਮਕਸਦ ਹੈ। ਪਰ ਪਰਮਾਤਮਾ ਨੇ ਜਿਹੜੀ ਆਤਮਾ ਹੈ ਉਹ ਇਨਸਾਨ ਦੇ ਰੂਪ ਵਿੱਚ ਨਹੀਂ ਭੇਜੀ, ਉਹ ਭੇਜੀ ਹੈ ਅਮੀਬਾ ਦੇ ਰੂਪ ਵਿੱਚ। ਇੱਕ ਸੈੱਲ, ਕੇਵਲ ਇੱਕ ਸੈੱਲ ਹੁੰਦਾ ਅਮੀਬੇ ਦਾ। ਉਹ ਫਿਰ ਇੱਕ ਸੈੱਲ ਨੂੰ ਜਦ ਗਿਆਨ ਮਿਲਦਾ ਹੈ ਉਹ ਮਲਟੀ ਸੈੱਲ ਹੋ ਜਾਂਦਾ ਹੈ। ਮਲਟੀ ਸੈੱਲ ਨੂੰ ਜਦ ਗਿਆਨ ਮਿਲਦਾ ਹੈ ਤਾਂ ਉਹਦੇ ਅੰਦਰ ਇੱਕ ਆਰਗਨ ਆ ਜਾਂਦਾ ਹੈ, ਉਹ ਅਰਥਵਾਂ ਕੇਂਚਵਾ। ਖਾਲੀ ਉਹਦੇ ਅੰਦਰ ਤਵਚਾ ਹੈ, ਨਾ ਅੱਖ ਹੈ, ਨਾ ਨੱਕ ਹੈ, ਨਾ ਕੰਨ ਹੈ, ਨਾ ਜੀਭ ਹੈ, ਖਾਲੀ ਤਵਚਾ। ਉਹਦੇ ਨਾਲ ਹੀ ਖਾਂਦਾ, ਉਹਦੇ ਨਾਲ ਹੀ ਸਭ ਕੁਝ ਕਰਦਾ ਹੈ। ਫਿਰ ਜਿਸ ਤਰ੍ਹਾਂ ਹੋਰ ਗਿਆਨ ਮਿਲਿਆ ਉਹ ਮਲਟੀ ਆਰਗਨ ਹੋ ਗਿਆ। ਫਿਰ ਇੱਕ ਉਹਦੇ ਅੰਦਰ ਆ ਗਿਆ ਗਿਆਨ, ਫਿਰ ਮਲਟੀ ਸੈੱਲ ਹੋ ਗਿਆ। ਇਸ ਤਰ੍ਹਾਂ ਕਰਦੇ ਇਨਸਾਨ ਜਿਹੜਾ ਹੈ ਉਸ ਲੈਡਰ ਦੇ, ਉਸ ਸੀਟ ਦੀ ਆਖਰੀ ਮੰਜ਼ਿਲ ਹੈ। 84 ਲੱਖ ਜੂਨ ਹੋ ਕੇ ਇਹ ਇਨਸਾਨੀ ਜੀਵਨ ਮਿਲਦਾ ਹੈ। ਇਹ ਜਿਹੜਾ ਸਾਡਾ ਜੀਵਨ ਹੈ ਇਹ ਪੂਰਨ ਹੈ, ਇਹਦੇ ਅੰਦਰ ਸਭ ਕੁਝ ਕੰਪਲੀਟ ਹੈ। ਇਹ ਉਸ ਪਰਮਾਤਮਾ ਦੀ ਉੱਤਮ ਕਿਰਤੀ ਹੈ, ਸਭ ਤੋਂ ਉੱਤਮ। ਤੇ ਇਸ ਜੀਵਨ ਵਿੱਚ ਆ ਕੇ ਸਾਡੇ ਕੋਲ ਇਹ ਮੌਕਾ ਆ ਜਾਂਦਾ ਹੈ ਕਿ ਅਸੀਂ ਪਰਮਾਤਮਾ ਨੂੰ ਜਾ ਕੇ ਫਿਰ ਮਿਲੀਏ। ਇਹ ਹੈ ਸਾਡਾ ਮੇਨ ਜਿਹੜਾ ਏਮ ਕਹਿ ਲਓ, ਜਿਹੜਾ ਸਾਡਾ ਮਕਸਦ ਕਹਿ ਲਓ ਇਸ ਧਰਤੀ ਤੇ ਆਉਣ ਦਾ, ਇਹ ਹੈ ਕਿ ਅਸੀਂ ਪਰਮਾਤਮਾ ਨੂੰ ਆ ਕੇ। ਹੁਣ ਇਸ ਨੂੰ ਅਗਰ ਆਸਾਨ ਭਾਸ਼ਾ ਵਿੱਚ ਤੁਸੀਂ ਸਮਝਣਾ ਹੋਵੇ ਨਾ, ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਜਿਹੜੀ ਸਾਰੀ ਗੁਰਬਾਣੀ ਨੇ ਸਾਨੂੰ ਦੱਸਿਆ ਉਸ ਹਿਸਾਬ ਨਾਲ ਇਹਨੂੰ ਦੇਖੋ ਕਿ ਇਹ ਧਰਤੀ ਦਾ ਖੇਡ ਹੈ। ਵੈਸੇ ਦੇਖੋ ਜੀ, ਹਰ ਬੰਦੇ ਦੇ ਦਿਲ ਵਿੱਚ ਆਉਂਦਾ ਹੈ ਰੱਬ ਨੇ ਕਿਉਂ ਬਣਾਇਆ। ਇਹ ਸਾਨੂੰ ਪੈਦਾ ਕਰਦਾ ਹੈ, 84 ਲੱਖ ਜੂਨ ਨੇ, ਅਸੀਂ ਪੈਦਾ ਹੁੰਦੇ ਹਾਂ, ਮਰ ਜਾਂਦੇ ਹਾਂ, ਫਿਰ ਉਹ ਸਾਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਫਿਰ ਆਪਣੇ ਕੋਲ ਵਿਛਾੜ ਦਿੰਦਾ ਹੈ। ਇਹਦਾ ਮਕਸਦ ਕੀ ਹੈ ਸਾਰੇ ਖੇਡ ਦਾ? ਤੇ ਸਾਡੇ ਗੁਰੂਆਂ ਨੇ ਕਿਹਾ ਇਹ ਸਾਰਾ ਕੁਝ ਤੁਸੀਂ ਤਾਂ ਸਮਝ ਸਕਦੇ ਹੋ ਜੇ ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਕਰਤੇ ਦਾ ਖੇਲ ਹੈ। ਕਰਤੇ ਖੇਲ ਰਚਾਇਆ, ਆਵਣ ਜਾਵਣ ਇੱਕ ਖੇਲ ਬਣਾਇਆ। ਹੁਣ ਖੇਡ ਕੀ ਹੈ ਇਹ ਸਮਝ ਜਾਓਗੇ ਤੇ ਤੁਹਾਨੂੰ ਇਹ ਸਾਰੀ ਜਿਹੜੀ ਫਿਲਾਸਫੀ ਹੈ ਨਾ ਸਿੱਖੀਜ਼ਮ ਦੀ ਬੜੀ ਆਸਾਨੀ ਨਾਲ ਸਮਝ ਆਏਗੀ। ਖੇਡ ਕੀ ਹੈ? खेल उस चीज़ में क्या जाता है जिंदे अंदर तुसी ऐसा कोई क्रिया करो जिंदे कोई लक्ष्य हो।
हर खेड का कोई ना कोई लक्ष्य होता है, दुनियावी खेड की गल कर रहे हैं। दूसरा की होता है खेड के अंदर, दूसरा खेड के कोई नियम होंगे ने पक्के। तीसरा खेड के अंदर कोई समय होता है, जिस समय के अंदर खेड खेडिया जाए तो खेड है, नहीं तो फिर खत्म। तो चौथा है इस खेड के अंदर जो सब तो जरूरी है कि खेड में ऐसा पक्ष होना चाहिए जिन्होंने असीं विपक्ष कहते हैं, जिहड़ा तुहानूं तुहाडे मकसद तक पहुंचण ना दे, रोके, रुकावट पाओ। खेड कोई भी तुसीं लै लो, जिस तरह असीं उदाहरण वास्ते फुटबॉल लै लेंगे, तो फुटबॉल के अंदर पाई सब तो पहली गल है कि तुहाडा मकसद की है, वो जिहड़ा बनया होया पोल दे विच जगह है, उत्थे जाके तुसीं गेंद नूं पाना है, जिन्हों असीं गोल कहते हैं, और दूसरे जगह जाके पाने ने, जिन्ने तुसीं गोल पाओगे उन्ने तुहाडे गोल गिने जाणगे और अपने ऊपर गोल नहीं पहुंचेंगे। खेड का नियम की ने कि सिर्फ पैर नाल लानी है बॉल, हाथ नहीं लाना। और खेड का समय कितना है, 90 मिनट। और विपक्ष कौन है, तुहाडे जे तुसीं अगर 11 प्लेयर हो, तुहाडे जे 11 प्लेयर जिस तरह के तुसीं बूट कपड़े पाए ने, उदां दे बूट कपड़े पा के तुहाडे सामने खड़े ने, जिहड़े तुहानूं गोल मारन तों रोकणगे। और अगर तुसीं थोड़े जे कमजोर पै जाओगे तो तुहाडे ते गोल कर देणगे। ये खेड हुण रब दे खेड विच, अकाल पुरख दे करते दे खेड विच ये 4 चीज़ां किस तरह फिट होंदियां ने। पहली गल, साडा मकसद की है, गुरबाणी ने सानूं दस दित्ता कि असीं इत्थों विछड़े आ, उत्थे जाके वापस मिलना। नियम की ने इस खेड दे, इस खेड के नियम प्रभु ने अपनी किरत च पा दिते हैं, नेचर में पा दिते हैं। नेचर के अंदर डेफिनेट लॉज ने, नियम ने ना नेचर ने। तो लॉ ऑफ नेचर और लॉ ऑफ गॉड टू प्ले दिस गेम। तीसरी गल, खेड का समय की है, उत्थे तो 90 मिनट से, साढ़े कोल की समय है, सानू उन्हें दी है श्वासां की पूंजी। वो भावें 1 करोड़ है, भावें 1.5 करोड़ है, भावें 2 करोड़ है, भावें 10 लाख है, जिन्ने भी श्वास ने वो श्वास दिते हैं। जब तक श्वास साढ़े कोल हैगे, वो पूंजी साढ़े कोल हैगी, असीं खेड खेड रहे हैं। जिस दिन साढ़े श्वास मुक जाएंगे, साडा खेल ओवर हो जाएगा, खेल खत्म। हुण सब तो वड्डी गल आती है कि साडा विपक्ष कौन है, सानू रोकदा कौन है इस पक्ष में। तो पहले ये समझो कि रब कोल किसने जाना सी, अकाल पुरख को वापस किसने जाना सी, आत्मा ने। आत्मा कित्थे है, साडे अंदर। जाना किते कोल सी, परमात्मा कोल। तो हुण आत्मा रोकण वास्ते अगर कोई शक्ति होएगी तो साडे अंदर ही होनी चाहिए है, और परमात्मा जिस तरह की साडी आत्मा उस तरह की होनी चाहिए है। तो उस शक्ति नूं खेड बनाउण वास्ते उस करते ने ही साडे अंदर एक दूजी ताकत पाई है, जिहड़ी आत्मा दे विपरीत खड़ी है, जिहनूं विपक्ष कहते हैं। साडे जिहड़े पूर्वज सी उन्होंने दिता नाम मन। हुण जिस तरह खिडारी कोल क्रिकेट अगर खेडे तो जिहड़ा बॉलर है उहदे कोल गेंद होंदी है, जिहड़ा बैट्समैन उहदे कोल बल्ला होंदा है, इस तरह इन्हां दोनों को भी रब ने कुछ पावरां दित्तियां ने। जिस तरह आत्मा नूं दिता उन्होंने सोची और ज्ञान, और मन दिता है काम, क्रोध, लोभ, मोह और अहंकार। मन जो भी गल तुहानूं दसेगा या गाइड करेगा या करने की कोशिश करेगा, वो इन्हां पंजां दे प्रजनन नूं असीं कहंदे विकार, इन्हां दे तहत करेगा। और आत्मा तुहाडे कोल जो कुछ कराएगी वो किते कराएगी, सोची और ज्ञान। हुण जिस तरह मैं तुहानूं पहले कहा सी कि सारी चीज़ रब ने प्रकृति अंदर पा दी है, उत्थे देख के असीं समझ सकते हैं कि खेडा की है। ये सारी गल कित्थे प्रकृति च पई हुई है, ये पई हुई है सामने। जिस तरह तुम समझ लो परमात्मा समुंदर है, असीं समुंदर नूं परमात्मा दा मनदे ना। परमात्मा जिस तरह समुंदर है और आत्मा की है, उहदे विचों एक बूंद। जिस तरह समुंदर विचों तुसीं ड्रॉपर नाल अगर एक बूंद कढ लई तो वो फिर समुंदर नहीं रही, वो की बन गई बूंद। उन्होंने वापस जब तुसीं दबा के छड्डिया तो वो की बन गई समुंदर। पर अगर जब बूंद सी तरदी उदा बनतर की सी H2O, तो समुंदर की बनतर भी की है H2O। हुण वो बूंद जिहड़ी है उत्थे जब उन्होंने उस सूरज की गर्मी लगती है तो भाप के रूप में उत्थों उड़ती है तो जाके गिरती कितने पहाड़ा में, किस रूप में, बर्फ के रूप में। जब समुंदर तो बिछड़ी तो किस रूप में आके गिरी, बर्फ के रूप में। इसी तरह जिस तरह असीं परमात्मा को जब बिछड़ते हैं तो असीं किस रूप में आते हैं, अमीबा के रूप। उत्ते फिर जब धुप लगी तो वो फिर पिघलना शुरू हुई। इधर सानू रब ने जब ज्ञान दिता तो साडी भी रवानगी शुरू हो गई। पिघलन का मतलब है तरलता आ गई, उनके अंदर रवानगी आ गई। उधर जब ज्ञान आया तो उनके अंदर भी रवानगी आ गई, उसने भी ग्रो करना शुरू कर दिया। और जब एक बूंद तरल बन गई, वो खिसकन लग गई, तो उसने की किया, अपनी ये होर बूंदा कट्ठियां कीतियां ताकि एक तारा बन जाए, एक छोटी नदी बन जाए, एक झरना बन जाए, एक पहाड़ी नदी बन जाए, एक बड़ी नदी बन जाए, एक गंगा बन जाए। तो गंगा का समुंदर में जाना बड़ा सौखा हो जाता है। पर बूंद जिस दिन गिरी सी पहाड़ से, उस दिन की जद्दोजहद की सी, मैं मुड़ के समुंदर को जाना।
इसी तरीके नाल परमात्मा ने जब आत्मा ਨੂੰ ਪੁੱਛਿਆ ਤਾਂ ਉਹ ਅਮੀਬਾ ਬਣਿਆ, ਅਮੀਬਾ ਤੋਂ ਚਲਦੇ 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 ਇੱਕ ਪਾਇਆ ਬਣਿਆ, ਚੌਪਾਇਆ ਬਣਿਆ, ਉਹ ਸ਼ੇਰ ਬਣਿਆ, ਹਾਥੀ ਬਣਿਆ, ਇੰਨੀ ਜੂਨਾਂ ਨੇ 84 ਲੱਖ ਜੂਨਾਂ ਪਾਰ ਕਰਦੇ ਕਰਦੇ ਜਦ ਮਨੁੱਖ ਬਣਿਆ ਤਾਂ ਉਹਦੇ ਕੋਲ ਇਹ ਆ ਗਿਆ ਕਿ ਆਖਰੀ ਸਟੇਜ ਹੈ, ਇਸ ਤੋਂ ਅਗਲੀ ਛਲਾਂਗ ਜਿਹੜੀ ਹੈ ਤਾਂ ਪਰਮਾਤਮਾ ਨੂੰ ਜਾ ਕੇ ਮਿਲਣਾ। ਇਸੇ ਕਰਕੇ ਦੁਨੀਆ ਦੇ ਜਿੰਨੇ ਧਰਮ ਨੇ ਨਾ ਉਹ ਕਹਿੰਦੇ ਨੇ ਸਾਧ ਸੰਗ ਕਰੋ, ਇਕੱਠੇ ਹੋ ਕੇ ਪ੍ਰੇਅਰ ਕਰੋ, ਇਕੱਠੇ ਹੋ ਕੇ ਨਮਾਜ਼ ਪੜ੍ਹੋ, ਇਕੱਠੇ ਹੋ ਕੇ ਤੁਸੀਂ ਰੱਬ ਦਾ ਨਾਮ ਲਓ, ਤਾਂ ਕਿ ਆਪਣੀ ਜੀ ਬੁੰਦਾਂ ਨੂੰ ਇਕੱਠਾ ਕਰੋ, ਤਾਂ ਕਿ ਤੁਹਾਡੀ ਰਵਾਨਗੀ ਜਿਹੜੀ ਹੈ ਉਹ ਤੇਜ਼ ਹੋਵੇ, ਉੱਠਾ ਨੇਸ਼ਨ ਨੂੰ ਫਲੋ ਜਿਹੜਾ ਵੱਧ ਜਾਵੇ। ਅਗਰ ਤੁਸੀਂ ਇਕੱਲੇ ਕਰੋਗੇ ਤਾਂ ਤੁਹਾਡਾ ਫਲੋ ਸਲੋ ਹੋਏਗਾ। ਅਗਰ ਤੁਸੀਂ ਆਪਣੇ ਨਾਲ 150 ਬੰਦੇ ਆਪਣੇ ਜੇ ਹੋਰ ਜੋੜ ਲਓਗੇ ਤਾਂ ਤੁਹਾਡੀ ਜਿਹੜੀ ਰਵਾਨਗੀ ਹੈ, ਜਿਹੜੀ ਗਰੋਥ ਹੈ ਉਹ ਤੇਜ਼ ਹੋਏਗੀ। ਹੁਣ ਇਹਦੇ ਅੰਦਰ ਖੇਡ ਦਾ, ਇਸ ਖੇਡ ਨੂੰ ਕਿਸ ਤਰ੍ਹਾਂ ਖੇਡਿਆ ਜਾਂਦਾ ਹੈ? ਖੇਡ ਇਸ ਤਰ੍ਹਾਂ ਖੇਡੀ ਜਾਂਦੀ ਹੈ ਕਿ ਅਸੀਂ ਰੋਜ਼ ਕਰਮ ਕਰਦੇ ਹਾਂ, ਚੰਗਾ ਜਾਂ ਮਾੜਾ ਜੋ ਵੀ ਕਰਮ ਕਰਦੇ ਹਾਂ, ਉਹ ਕਰਮ ਜਾਂ ਠੀਕ ਹੁੰਦਾ ਹੈ ਜਾਂ ਗਲਤ ਹੁੰਦਾ ਹੈ, ਜਾਂ ਪੁੰਨ ਹੁੰਦਾ ਹੈ ਜਾਂ ਪਾਪ ਹੁੰਦਾ ਹੈ, ਜਾਂ ਨੈਗੇਟਿਵ ਹੁੰਦਾ ਹੈ ਜਾਂ ਪੋਜ਼ਿਟਿਵ ਹੁੰਦਾ ਹੈ, ਜਾਂ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ। ਇਹੀ ਹੋ ਸਕਦਾ ਨਾ। ਹੁਣ ਜਿੰਨੇ ਚੰਗੇ ਕੰਮ ਨੇ ਉਹ ਸਾਡੀ ਆਤਮਾ ਸਾਨੂੰ ਕਹਿੰਦੀ ਹੈ ਕਰੋ, ਮਨ ਕਹਿੰਦਾ ਨਾ ਕਰੋ, ਕਿਉਂਕਿ ਵਿਪਕਸ਼ ਹੈ, ਉਹਨੇ ਰੋਕਣਾ। ਔਰ ਜਿੰਨੇ ਮਾੜੇ ਕੰਮ ਨੇ ਜਿਹੜੇ ਸਾਡੇ ਅਗੇਂਸਟ ਬੋਲਦੇ, ਜਿੰਨੇ ਮਾੜੇ ਕੰਮ ਨੇ ਉਹ ਮਨ ਕਹਿੰਦਾ ਹੈ ਕਰ, ਆਤਮਾ ਕਹਿੰਦੀ ਹੈ ਨਾ। ਹੁਣ ਇਹ ਦੋਨਾਂ ਦਾ ਆਪਣੀ ਆਵਾਜ਼ ਹੁੰਦੀ ਹੈ, ਇਹ ਦੋਨਾਂ ਦਾ ਦਵੰਦ ਚੱਲ ਰਿਹਾ, ਇਹਨੂੰ ਕਹਿੰਦੇ ਆ ਅੰਤਰਦਵੰਦ। ਇਹ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਜਦ ਵੀ ਤੁਸੀਂ ਕੋਈ ਕੰਮ ਕਰੋਗੇ ਧਿਆਨ ਰੱਖਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਦੋ ਆਵਾਜ਼ਾਂ ਆ ਰਹੀਆਂ ਨੇ, ਕਹਿੰਦਾ ਕਰ, ਕਹਿੰਦਾ ਨਾ ਕਰ, ਕਹਿੰਦਾ ਕਰ, ਤਾਂ ਬੰਦਾ ਫਿਰ ਇੱਕ ਕੰਮ ਨੂੰ ਕਰ ਦਿੰਦਾ। ਜੇ ਤੁਸੀਂ ਆਤਮਾ ਦੇ ਆ ਕੇ ਕਰ ਦਿੱਤਾ ਚੰਗਾ ਵਾਲਾ ਕੰਮ, ਤਾਂ ਉਹਦੇ ਉੱਤੇ ਮੋਹਰ ਲੱਗੀ ਗੁਰਮੁਖੀ ਕਰਮ, ਤੇ ਜੇ ਤੁਸੀਂ ਮਨ ਦੇ ਆ ਕੇ ਕਰ ਦਿੱਤਾ ਮਨ ਵਾਲਾ ਕੰਮ, ਉਹ ਗਲਤ ਕੰਮ ਸੀ, ਤਾਂ ਲੱਗ ਗਿਆ ਮਨਮੁਖੀ ਕਰਮ। ਤੇ ਕਰਮੀ ਹੋਏ ਵਿਚਾਰ, ਹਰ ਕਰਮ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ ਉਹ ਗੁਰਮੁਖੀ ਹੈ ਕਿ ਮਨਮੁਖੀ ਹੈ। ਕਰਮੀ ਹੋਏ ਵਿਚਾਰ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇਵਾਂ, ਗੱਲ ਥੋੜੀ ਸਪਸ਼ਟ ਹੋ ਜਾਏਗੀ। ਤੁਸੀਂ ਜਾ ਰਹੇ ਹੋ, ਤੁਹਾਨੂੰ ਇੱਕ ਭਿਖਾਰੀ ਮਿਲਿਆ ਰਸਤੇ ਵਿੱਚ, ਉਹ ਕਹਿੰਦਾ ਕੁਝ ਪੈਸੇ ਦੇ ਦਿਓ, ਦੀਨ ਦੁਖੀ ਹੈ। ਆਤਮਾ ਨੇ ਕਿਹਾ ਯਾਰ ਇਹ ਤੇਰੇ ਕੋਲ ਮੰਗ ਰਿਹਾ, ਤੇਰੇ ਕੋਲ ਹੈ, ਤੂੰ ਇਹਨੂੰ ਦੇ ਦੇ। ਤੁਸੀਂ ਆਪਣੀ ਜੇਬ ਵਿੱਚ ਹੱਥ ਪਾਇਆ, ਆਪਣਾ ਪਰਸ ਕੱਢਿਆ, ਤੁਸੀਂ ਉਹਨੂੰ 10 ਰੁਪਏ ਦੇਣ ਲੱਗੇ। ਜਿਸ ਤਰ੍ਹਾਂ ਤੁਸੀਂ 10 ਰੁਪਏ ਦੇਣ ਲੱਗੇ, ਮਨ ਨੇ ਅੰਦਰ ਹੀ ਚੱਲ ਰਿਹਾ, ਉਸਨੇ ਤੁਹਾਨੂੰ ਆਵਾਜ਼ ਮਾਰੀ ਇਹ ਭਿਖਾਰੀ ਨਹੀਂ ਨੇ, ਇਹ ਠੱਗ ਨੇ। ਇਹ ਸਾਰੇ ਤੇਰੇ ਪੈਸੇ ਇਕੱਠੇ ਕਰਕੇ ਰਾਤ ਨੂੰ ਜਾਂ ਤੇ ਸ਼ਰਾਬ ਪੀਣਗੇ ਜਾਂ ਮੀਟ ਖਾਣਗੇ ਜਾਂ ਜੂਆ ਖੇਡਣਗੇ, ਇਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ। ਤੇ ਤੁਸੀਂ ਉਹ ਗੱਲ ਮੰਨ ਕੇ, ਕਿਉਂਕਿ ਉਸਨੇ ਲੋਭ ਦਿੱਤਾ ਤੁਹਾਨੂੰ, ਤੁਸੀਂ ਉਹ ਗੱਲ ਮੰਨ ਕੇ ਪੈਸੇ ਜਿਹੜੇ ਸੀ ਮੁੜ ਕੇ ਆਪਣੀ ਵਾਪਸ ਜਾਣੇ ਸ਼ੁਰੂ ਕਰ। ਜਿਸ ਤਰ੍ਹਾਂ ਤੁਸੀਂ ਵਾਪਸ ਪਾਉਣ ਲੱਗੇ, ਉਹ ਸਥਾਨ ਹੈ ਜਿੱਥੇ ਮਨੁੱਖ ਦਾ ਰੋਲ ਹੈ, ਮਾਨਕ ਦਾ ਰੋਲ ਹੈ, ਕੀ ਕਰਨਾ ਚਾਹੀਦਾ। ਉਹ ਤੁਸੀਂ ਵਾਪਸ ਪਾਣੇ ਸ਼ੁਰੂ ਕਰਦੇ, ਆਤਮਾ ਤੁਹਾਨੂੰ ਫਿਰ ਇੱਕ ਹੋਰ ਚਾਂਸ ਦੇਗੀ, ਉਹ ਇੱਕ ਹੋਰ ਤਰਕ ਦੇਗੀ। ਉਹ ਕਹੇਗੀ ਭਾਈ ਇਹ ਤੇਰਾ ਕਰਮ ਹੈ ਉਹਨੂੰ ਦਾਨ ਦੇਣਾ, ਉਹਦਾ ਕਰਮ ਹੈ ਉਹਨੂੰ ਕਿਸ ਤਰ੍ਹਾਂ ਯੂਜ਼ ਕਰਦਾ ਹੈ। ਕਰਮੀ ਆਪੋ ਆਪਣੀ ਹੈ, ਉਹ ਆਪਣੇ ਕਰਮ ਨਾਲ ਦੇਖ ਰਿਹਾ, ਤੂੰ ਆਪਣਾ ਕਰਮ ਕਰੀ ਜਾ, ਤੂੰ ਇਹਨੂੰ ਦੇ ਦੇ, ਤੇਰਾ ਕਰਮ ਹੈ ਦੇਣਾ, ਤੂੰ ਦੇ। ਉਹ ਕੁਝ ਕੀ ਕਰਦਾ ਉਹ ਜਾਣੇ ਨਾ। ਤਾਂ ਤੁਸੀਂ ਫਿਰ ਉਹਨੂੰ ਦੇਣ ਪੈ ਗਏ। ਮਨ ਨੇ ਫਿਰ ਤੁਹਾਨੂੰ ਈਗੋ ਜਗਾਈ ਤੁਹਾਡੀ, ਕਹਿੰਦੀ ਤੁਹਾਡੇ ਜੇ ਮੂਰਖ ਨੇ ਜਿਹੜੇ ਭਿਖਾਰੀ ਬਣਾਏ ਹੋਏ ਨੇ, ਅਗਰ ਤੂੰ ਇਹਦੇ ਜੇ ਮੂਰਖ ਨਾ ਹੋਣ ਤਾਂ ਭਿਖਾਰੀ ਵੀ ਨਾ ਹੋਣ। ਤੁਸੀਂ ਫਿਰ ਵਾਪਸ ਲੈ ਲਿਆ। ਇਹ ਕਸ਼ਮਕਸ਼ ਚੱਲ ਰਹੀ ਹੈ। ਅਲਟੀਮੇਟਲੀ ਕੀ ਕਰੋਗੇ? ਜਾਂ ਤਾਂ ਤੁਸੀਂ ਦੇ ਦੋਗੇ ਜਾਂ ਨਹੀਂ ਦੋਗੇ। ਜੇ ਤੁਸੀਂ ਦੇ ਦਿੱਤਾ ਉਹ ਗੁਰਮੁਖੀ ਕਰਮ ਹੋ ਗਿਆ, ਤੇ ਜੇ ਤੁਸੀਂ ਨਹੀਂ ਦਿੱਤਾ ਉਹ ਮਨਮੁਖੀ ਕਰਮ ਹੋ ਗਿਆ, ਉਹਦੇ ਤੇ ਮੋੜ ਲਓ। ਹਿੰਦੂ ਸ਼ਾਸਤਰ ਕਹਿੰਦੇ ਨੇ ਕਿ ਚਿੱਤਰਗੁਪਤ ਤੁਹਾਡੇ ਕੰਧਿਆਂ ਤੇ ਬੈਠੇ ਹੋਏ ਨੇ, ਜਿਹੜੇ ਹਰ ਕਰਮ ਨੂੰ ਨੋਟ ਕਰ ਰਹੇ ਨੇ, ਚੰਗਾ ਕਿਹੜਾ ਮਾੜਾ ਕਿਹੜਾ। ਨਹੀਂ, ਉਹ ਸਮਝਾਉਣ ਵਾਸਤੇ ਚਿੰਨ੍ਹਿਤ ਕੀਤਾ ਚਰਿੱਤਰ ਜਿਹੜਾ ਮੇਰਾ ਗੁਪਤ ਹੈ, ਇੱਕ ਚਰਿੱਤਰ ਹੈ ਮੇਰੇ ਅੰਦਰ ਜਿਹੜਾ ਗੁਪਤ ਹੈ, ਉਹ ਉਹਦੇ ਉੱਤੇ ਸਾਰਾ ਕੁਝ ਨੋਟ ਹੁੰਦਾ। ਜੇ ਤੁਸੀਂ ਬਹੁਤ ਚੰਗੇ ਕੰਮ ਕਰੋਗੇ, ਕੇਵਲ ਚੰਗੇ ਕੰਮ ਕਰੋਗੇ ਸੰਤਾਂ ਵਰਗੇ, ਤਾਂ ਤੁਹਾਡੇ ਚਿਹਰੇ ਤੇ ਨੂਰ ਆ ਜਾਏਗਾ, ਪ੍ਰਸੰਨਤਾ ਆ ਜਾਏਗੀ, ਲੋਕ ਕਹਿਣਗੇ ਦੇਖਦੇ ਹੀ ਦੇਵਤਾ ਲੱਗਦਾ। ਤੇ ਜੇ ਤੁਸੀਂ ਮਾੜੇ ਕੰਮ ਕਰੋਗੇ ਤਾਂ ਉਹ ਵੀ ਤੁਹਾਡੇ ਚਿਹਰੇ ਤੇ ਰਿਫਲੈਕਟ ਕਰੇਗਾ। ਕਹਿੰਦੇ ਨਹੀਂ ਇਹ ਤਾਂ ਦੇਖਣ ਵਾਲੀ ਚੋਰ ਲੱਗਦਾ, ਇਹ ਤਾਂ ਲੱਗਦਾ ਹੀ ਜੇਬ ਕਤਰਾ ਹੈ, ਅੰਦਰ ਦੇ ਵਿਚਾਰਾਂ ਦਾ ਚਿਹਰੇ ਤੇ ਆ ਜਾਂਦਾ। ਬਿਲਕੁਲ ਇਹ ਔਰਤ ਤਾਂ ਲੱਗਦੀ ਬਜ਼ਾਰੂ ਹੈ, ਕਿਉਂਕਿ ਉਹਨੇ ਇੰਨੇ ਬੁਰੇ ਕੰਮ ਕੀਤੇ ਸਾਹਮਣੇ ਆ ਗਏ। ਤੇ ਸਾਡੇ ਕਹਿੰਦੇ ਕਰਮੀ ਹੋਏ ਇਹਨਾਂ ਸਾਰਿਆਂ ਦਾ ਵਿਚਾਰ। ਹੁਣ ਇਹ ਕਰਮ ਹੀ ਤੈਅ ਕਰਨਗੇ ਕਿ ਅਸੀਂ ਰੱਬ ਦੇ ਨੇੜੇ ਚੱਲੇ ਗਏ ਜਾਂ ਰੱਬ ਤੋਂ ਦੂਰ ਹੋ ਗਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿਸ ਤਰ੍ਹਾਂ ਨੇੜੇ ਦੂਰ ਕਿਸ ਤਰ੍ਹਾਂ ਹੋਵਾਂਗੇ? ਸਪੋਜ਼ ਅਸੀਂ ਇੱਥੇ ਸੀ ਤੇ ਸਾਨੂੰ ਰੱਬ ਕੋਲ ਪਹੁੰਚਣ ਵਾਸਤੇ 100 ਕਰਮ ਕਰਨੇ ਸੀ ਚੰਗੇ, ਤੇ ਅਸੀਂ ਰੱਬ ਕੋਲ ਪਹੁੰਚ ਸਕਦੇ ਸੀ। ਅਸੀਂ 100 ਕਰਮ ਕੀਤੇ, ਪਰ 100 ਵਿੱਚੋਂ 60 ਅਸੀਂ ਕੀਤੇ ਆਤਮਾ ਦੇ ਕਹਿਣ ਤੇ 40 ਕਰ ਦਿੱਤੇ ਮਨ ਦੇ ਕਹਿਣ ਤੇ। ਤੇ ਫਿਰ ਕੀ ਹੋਇਆ? ਸਾਡਾ ਨੈਟ ਸਕੋਰ ਬਣਿਆ 20 ਦਾ। ਅਸੀਂ 20 ਪੁਆਇੰਟ ਅੱਗੇ ਹੋ ਗਏ। 100 ਤਾਂ ਨਹੀਂ ਹੋਏ, 100 ਵਿੱਚੋਂ 20 ਹੋ ਗਏ, 20% ਅੱਗੇ ਚਲੇ ਗਏ, 80% ਬਾਕੀ ਰਹਿ ਗਿਆ, ਤਾਂ ਅਸੀਂ ਰੱਬ ਦੇ ਨੇੜੇ ਹੋ ਗਏ। ਅਗਰ ਇਸ ਤੋਂ ਉਲਟਾ ਅਸੀਂ 60 ਕਰ ਦਿੱਤੇ ਮਨ ਦੇ ਔਰ 40 ਕਰ ਦਿੱਤੇ ਆਤਮਾ ਦੇ, ਤਾਂ ਅਸੀਂ 20 ਦੂਰ ਹੋ ਗਏ। ਹੁਣ ਦੂਰ ਔਰ ਨੇੜੇ ਨਾਲ ਕੀ ਫਰਕ ਪਏਗਾ ਕਿ ਜਦ ਸਾਨੂੰ ਦੁਬਾਰਾ ਜੀਵਨ ਮਿਲੇਗਾ ਤੇ ਜਿਹੜੇ ਨੇੜੇ ਹੋਣਗੇ ਰੱਬ ਦੇ, ਰੱਬ ਆਪਣੀ ਬਖਸ਼ਿਸ਼ਾਂ ਉਹਨਾਂ ਨੂੰ ਸਾਰਿਆਂ ਨੂੰ ਲਾਗੂ ਕਰਕੇ ਦੇਗਾ।
ਕਰਮੀਆਂ ਹੋਵੇ ਕੱਪੜਾ, ਪਹਿਲੇ ਤਾਂ ਤੁਹਾਡਾ ਸਰੀਰ ਉਸ ਕਰਮ ਦੇ ਨਾਲ ਮਿਲੇਗਾ, ਤੁਹਾਡੇ ਮਾਪੇ ਤੁਹਾਨੂੰ ਉਸ ਤਰ੍ਹਾਂ ਮਿਲਣਗੇ, ਤੁਹਾਡਾ ਭਾਗਯ ਤੁਹਾਨੂੰ ਉਸ ਦੇ ਨਾਲ ਮਿਲੇਗਾ, ਤੁਹਾਡੀ ਸੋਝੀ ਤੁਹਾਨੂੰ ਉਸ ਤਰ੍ਹਾਂ ਮਿਲੇਗੀ ਜਿਸ ਤਰ੍ਹਾਂ ਦੇ ਤੁਹਾਡੇ ਕਰਮ ਨੇ। ਹਾਂਜੀ। ਗੁਰਬਾਣੀ ਕਹਿੰਦੇ ਨਾ ਦਦਾ ਦੋਸ਼ न ਦਿਓ ਦੋਸ਼ ਆਪਣੇ ਕਰਮਾਂ ਕਰੋ ਮੈਂ ਕੀਆ ਸੋ ਮੈਂ ਪਾਇਆ, ਜਿੱਦਾਂ ਦੇ ਕਰਮ ਤੂੰ ਕਰਕੇ ਆਇਆ ਸੀ ਉਦਾਂ ਦੀ ਤੇਰੀ ਪ੍ਰਾਪਤੀ ਹੋਗੀ। ਅਗਰ ਤੇਰੇ ਕੋਲ ਚੰਗੇ ਕੰਮ ਸੀ, ਤੇਰੇ ਕੋਲ ਜ਼ਿਆਦਾ ਪ੍ਰਾਪਤੀ ਹੋਗੀ ਤੇ ਕਹਿਣਗੇ ਭਈ ਇਹ ਸਵਰਗਾਂ ਵਿੱਚ ਹੈ। ਤੇ ਤੂੰ ਤੇਰੇ ਮਾੜੇ ਕਰਮ ਸੀ, ਤੂੰ ਰੱਬ ਤੋਂ ਦੂਰ ਚਲਾ ਗਿਆ, ਉਸਨੇ ਆਪਣੀ ਬਖਸ਼ਿਸ਼ਾਂ ਖਿੱਚ ਲਈਆਂ, ਤੇਰੇ ਕੋਲ ਕੁਝ ਵੀ ਨਹੀਂ ਦਿੱਤਾ, ਤੇ ਲੋਕ ਕੀ ਕਹਿੰਦੇ ਤੂੰ ਨਰਕਾਂ ਵਿੱਚ ਹੈ। ਨਰਕ ਸਰ ਸਾਰੇ ਜੇ 5-7 ਹਿੰਦੂ ਧਰਮ ਤੇ ਕਹਿੰਦਾ 7 ਜੀਵਨ ਮਿਲਦੇ ਨੇ, ਪਰ ਅਸੀਂ ਕਹਿੰਦੇ ਨਹੀਂ, ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਸਭ ਕੁਝ ਸ੍ਰਿਸ਼ਟੀ ਦੇ ਅੰਦਰ ਹੈ, ਸਭ ਕੁਝ ਐਗਰੀਕਲਚਰ ਦੇ ਅੰਦਰ ਹੈ। ਅਗਰ ਅਸੀਂ ਇੱਕ ਬੀਜ ਪਾਉਂਦੇ ਹਾਂ ਤੇ ਕਿੰਨੇ ਦਾਣੇ ਲੱਗਣੇ ਰੱਬ ਨੇ ਗੁਪਤ ਰੱਖਿਆ। ਹਾਂਜੀ ਬਿਲਕੁਲ। ਕਿੰਨੇ ਜੀਵਨ ਮਿਲਣਗੇ ਗੁਪਤ ਹੈ, ਪਰ ਮਿਲਣਗੇ ਇੱਕ ਨਾ ਜ਼ਿਆਦਾ, 2 4 6 8 10। ਉਹਨਾਂ ਜੀਵਨਾਂ ਵਿੱਚ ਅਗਰ ਅਸੀਂ ਆਸਤੇ ਆਸਤੇ ਵੱਧਦੇ ਰੱਬ ਨਾਲ ਜਾ ਕੇ ਮਿਲ ਗਏ ਤੇ ਅਸੀਂ ਇਸ ਗੇੜੇ ਤੋਂ ਬਾਹਰ ਨਿਕਲ ਜਾਵਾਂਗੇ। ਕਿਸ ਗੇੜੇ ਤੋਂ? 84 ਗੇੜੇ ਤੋਂ, ਜਿਹਦੇ ਵਿੱਚ ਜਮ ਮਰੇ ਫਿਰ ਜਮ। ਤੇ ਅਗਰ ਨਾ ਪਹੁੰਚ ਸਕੇ, एक करते रहे कि एक जन्म अगे गए, दूसरे जन्म पीछे आ गए, एक जन्म अगे गए, दूसरे जन्म पीछे आ गए, और अपने सारे जीवन असी गवा दिते, तो फिर असी कितने पहुंच जाएंगे? अमीबा। दोबारा फिर 84 का गेड़ा सानू कटना पेगा। बेड़ा बहुत लंबा है, जिसके अंदर कितने हजार साल लग जाते हैं। इस करके इस जीवन का जो लक्ष्य है वो सानू हमेशा याद रहना चाहिए कि असी इतने सिर्फ और सिर्फ इस आत्मा को परमात्मा नाल मिलाने वास्ते आए हैं। साडा उपराला यही करना होना चाहिए। बहुत बहुत धन्यवाद आप जी का। मेरी भी अरदास है कि बच्चे वो इस चीज़ ਨੂੰ ਅਡਾਪਟ ਕਰਨ, ਆਪਣੇ ਅੰਦਰ ਉਹ ਚੀਜ਼ ਉਹ ਵਿਚਾਰ ਲਿਆਵਣ ਤੇ ਆਪਣਾ ਜੀਵਨ ਸਫਲ ਕਰਨ। ਫਿਰ ਕਦੀ ਮੌਕਾ ਹੋਇਆ ਫਿਰ ਆਪ ਜੀ ਤੋਂ ਪ੍ਰਸ਼ਨ ਕਰਾਂਗੇ, ਤੁਸੀਂ ਵਿਸਤਾਰ ਨਾਲ ਦੱਸਣਾ। ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਮਹਾਨ ਹੈ। ਅੱਜ ਕੱਲ ਕੌਣ ਕਰਦਾ ਹੈ, ਕਿਸੇ ਕੋਲ ਕਿੰਨਾ ਟਾਈਮ ਹੈ, ਲੇਕਿਨ ਤੁਹਾਨੂੰ ਵੀ ਬਹੁਤ बहुत आप जी का धन्यवाद। आप जी ने मौका दिता कि आज आप जी के कोल आके बैठिए तो कुछ चीज़ों की जानकारी ली है। ਹੁਣ ਦੇਖੋ ਇਹ ਜਿੰਨਾ ਇਹ ਇੰਨਾ ਵੱਡਾ ਮਿਊਜ਼ੀਅਮ ਹੈ, ਇਹ ਇੱਕ ਇਨਸਾਨ ਹੈ ਬਿਕਰਮਜੀਤ ਸਿੰਘ ਜੀ ਸਾਨੀ। ਉਹਨਾਂ ਨੇ ਆਪਣੇ ਕੋਲੋਂ 5-6 ਕਰੋੜ ਰੁਪਇਆ ਲਗਾ ਕੇ ਇਹ ਸਾਰਾ ਬਣਵਾਇਆ ਤਾਂ ਕਿ ਬੱਚਿਆਂ ਨੂੰ ਗਿਆਨ ਮਿਲ ਸਕੇ। ਇਹ ਜੇ ਬੰਦੇ ਵੀ ਹਨ, ਕਿਧਰੇ ਨਾਂ ਨਹੀਂ, ਕਿਧਰੇ ਕੋਈ ਤਮੰਨਾ ਨਹੀਂ, ਸਿਰਫ ਕੋਈ ਐਡਵਰਟਾਈਜ਼ਮੈਂਟ ਨਹੀਂ, ਸਿਰਫ ਇਸ ਵਾਸਤੇ ਕਿ ਬੱਚਿਆਂ ਨੂੰ ਗਿਆਨ ਪ੍ਰਾਪਤ ਹੋਵੇ। ਇਹਨੂੰ ਚਲਾਉਣ ਦਾ ਮਹੀਨੇ ਦਾ 2-2.5 ਲੱਖ ਦਾ ਜਿਹੜਾ ਖਰਚਾ ਉਹ ਵੀ ਆਪੇ ਬੇਅਰ ਕਰਦੇ ਨੇ, ਕਿਸੇ ਨੂੰ ਨਹੀਂ ਦੱਸਦੇ। ਮਹਾਨ ਲੋਕ ਬੈਠੇ ਨੇ ਜਿਹੜੇ ਗੁਪਤ ਗਿਆਨ ਦੇਈ ਜਾਂਦੇ ਨੇ, ਜਿਨ੍ਹਾਂ ਤੇ ਕਿਰਪਾ ਮਹਾਰਾਜ ਜੀ। ਸਭ ਤਰ੍ਹਾਂ ਦੇ ਲੋਕ ਨੇ, ਕਈ ਐਸੇ ਨੇ ਜਿਹੜੇ ਗੋਲਕ ਖਾਈ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।